ਸਤਿ ਸ਼੍ਰੀ ਅਕਾਲ ਜੀ। ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਸਥਿਤੀ ਇਹੋ ਜਿਹਾ ਮੋੜ ਲੈ ਲਵੇਗੀ। ਜੇ ਪਤਾ ਹੁੰਦਾ ਤਾਂ ਸ਼ਾਇਦ ਨਾ ਕਹਿੰਦਿਆਂ 100 ਵਾਰ ਸੋਚਦਾ। ਉਸ ਵੇਲੇ ਤਾਂ ਮੇਰੇ ਮਨ ਵਿੱਚ ਸੀ ਕਿ ਭੈਣ 6 ਸਾਲ ਮਹੀਨੇ ਤੜਿੰਗ ਰਹੇਗੀ ਤੇ ਫਿਰ ਆਪੇ ਬੋਲਚਾਲ ਹੋ ਜੂ। ਪਰ ਇੰਜ ਸਾਰਾ ਕੋੜਮਾ ਹੀ ਮੇਰੇ ਖਿਲਾਫ ਉੱਠ ਖੜਾ ਹੋਊ, ਇਹ ਤਾਂ ਮੇਰੇ ਚਿੱਤ ਚੇਤੇ ਵਿੱਚ ਨਹੀਂ ਸੀ। ਉਂਝ ਇਹ ਵੀ ਆ ਕਿ ਨਾ ਕਹਿਣ ਤੋਂ ਬਿਨਾਂ ਹੋਰ ਕੋਈ ਰਾਹ ਵੀ ਕਿਹੜਾ ਸੀ। ਪ੍ਰੀਤੀ ਦਾ ਭਵਿੱਖ ਜਾਂ ਰੱਜੀ ਦਾ ਭਵਿੱਖ, ਦੋਹਾਂ 'ਚੋਂ ਇੱਕ ਚੁਣਨਾ ਹੀ ਪੈਣਾ ਸੀ। ਦੋਹਾਂ ਨੂੰ ਸਵਾਰਨ ਜੋਗੀ ਮੇਰੇ ਵਿੱਚ ਸਮਰੱਥਾ ਕਿੱਥੇ ਸੀ। ਤੇ ਇਹ ਵੀ ਕੁਦਰਤੀ ਆ ਕਿ ਬੰਦਾ ਪਹਿਲਾਂ ਆਪਣੀ ਔਲਾਦ ਬਾਰੇ ਹੀ ਸੋਚੇਗਾ। ਰਿਸ਼ਤੇ ਨਾਤੇ ਸਕੇ ਸੰਬੰਧੀ ਤਾਂ ਪਿੱਛੋਂ ਹੀ ਆਉਂਦੇ ਨੇ। ਸਾਰੇ ਹੀ ਇੰਜ ਕਰਦੇ ਨੇ। ਮੈਂ ਕਿਹੜਾ ਕੋਈ ਅਲੋਕਾਰੀ ਗੱਲ ਕੀਤੀ ਸੀ। ਫਿਰ ਵੀ ਪਤਾ ਨਹੀਂ ਕਿਉਂ ਐਨਾ ਵਾਹ ਵੇਲਾ ਖੜਾ ਹੋ ਗਿਆ। ਸਭ ਤੋਂ ਵੱਧ ਤਾਂ ਮੇਰਾ ਬਾਪ ਗੁੱਸੇ ਵਿੱਚ ਉਬਲਿਆ ਫਿਰਦਾ ਸੀ। ਤੂੰ ਜਵਾਬ ਕਿਵੇਂ ਦੇ ਦਿੱਤਾ? ਭਾਣਜੇ ਭਾਣਜੀਆਂ ਤਾਂ ਲੋਕੀ ਚਾਵਾਂ ਨਾਲ ਸੱਦਦੇ ਆ, ਪਰ ਤੂੰ ਜਿੱਥੇ ਤੇਰੀ ਇੱਕ ਪੜ੍ਹੀ ਜਾਂਦੀ ਆ ਉੱਥੇ ਨਾਲ ਦੂਜੀ ਨਹੀਂ ਸੀ ਪੜ੍ਹ ਸਕਦੀ। ਓਏ ਰੱਖਣ ਤੋਂ ਮੈਂ ਕਦੋਂ ਨਾ ਕੀਤੀ ਸੀ, ਪਰ ਫੀਸਾਂ ਤੇ ਦਾਖਲੇ ਦੇ ਪੈਸੇ ਕਿੱਥੋਂ ਦਿੰਦਾ? 1.25 ਲੱਖ ਰੁਪਏ ਸਾਲ ਦੇ, ਤੇ ਆਪਣੀ ਕੁੜੀ ਲਈ ਕਿੱਥੋਂ ਦੇਣੇ ਆ? ਰਤਾ ਧੀਰਜ ਨਾਲ ਸੁਣੋ। ਇਸ ਇੱਕ ਬੱਚੀ ਦੀ ਪੜ੍ਹਾਈ ਲਈ ਅਸੀਂ ਪਿਛਲੇ 3-4 ਸਾਲਾਂ ਤੋਂ ਪਲਾਨਿੰਗ ਕਰ ਰਹੇ ਸੀ ਕਿ ਇੰਨੇ ਕੁ ਪੈਸੇ ਲੱਗਣਗੇ ਸਾਲ ਦੇ, ਇੰਨਾ ਕੁ ਹੋਰ ਖਰਚ ਹੋਣਗੇ। ਪਿਛਲੇ ਸਾਲਾਂ ਤੋਂ ਪੜ੍ਹਾਈ ਇੰਨੀ ਮਹਿੰਗੀ ਹੋ ਗਈ ਕਿ ਸਾਰੇ ਜੋੜ ਤੋੜ ਕਰਕੇ ਵੀ ਮਸਾਂ ਸਾਲ ਜੋਗੇ ਪੈਸੇ ਜੁਟਾ ਸਕੇ ਹਾਂ ਅਸੀਂ। ਅਗਲੇ ਸਾਲਾਂ ਦਾ ਫਿਕਰ ਹੁਣ ਤੋਂ ਹੀ ਵੱਢ ਖਾਣ ਲੱਗ ਪਿਆ। ਪਰ ਮੇਰੀ ਹਰ ਦਲੀਲ ਦਾ ਉਹਨਾਂ ਕੋਲ ਸਿਰਫ ਇੱਕ ਹੀ ਜਵਾਬ ਹੁੰਦਾ ਕਿ ਮੈਨੂੰ ਰਿਸ਼ਤਿਆਂ ਦੀ ਕਦਰ ਨਹੀਂ। ਮੈਂ ਸ਼ਹਿਰੀਆ ਹੋ ਗਿਆ। ਉਹਨਾਂ ਦੀ ਨਜ਼ਰ 'ਚ ਮੈਂ ਪਤਾ ਨਹੀਂ ਕਿੰਨੇ ਕੁ ਪੈਸੇ ਜਮ੍ਹਾਂ ਕਰੀ ਬੈਠਿਆ। ਹਾਲਾਂਕਿ ਸੱਚ ਤਾਂ ਇਹ ਆ ਕਿ ਪ੍ਰੀਤੀ ਨੂੰ ਜਿਸ ਦਿਨ ਦਾਖਲ ਕਰਵਾਉਣ ਜਾਣਾ ਸੀ, ਬੈਂਕ ਵਿੱਚ ਸਿਰਫ 90,000 ਰੁਪਏ ਸਨ, ਜਿਨ੍ਹਾਂ 'ਚੋਂ 80,000 ਲੱਗ ਗਏ ਦਾਖਲੇ ਤੇ 6 ਮਹੀਨੇ ਦੀਆਂ ਫੀਸਾਂ ਦੇ। ਅਜੇ ਕਾਲਜ ਸ਼ਹਿਰ 'ਚ ਹੋਣ ਕਰਕੇ ਹੋਸਟਲ ਦਾ ਖਰਚਾ ਬਚ ਗਿਆ ਸੀ, ਪਰ ਜਾਣ ਆਉਣ, ਕਿਤਾਬਾਂ ਕਾਪੀਆਂ, ਕੱਪੜੇ ਤੇ ਦੂਜੇ ਜੇਬ ਖਰਚ ਤਾਂ ਸਨ। ਜਦੋਂ ਪ੍ਰੀਤੀ ਫਾਰਮ ਭਰ ਰਹੀ ਸੀ ਤਾਂ ਉਸਨੇ ਰੱਜੀ ਨੂੰ ਕਿਹਾ ਸੀ ਕਿ ਜੇ ਉਸਨੇ ਵੀ ਵੀਬੀ ਫਾਰਮੈਂਸੀ ਕਰਨੀ ਆ ਤਾਂ ਵੇਖ ਲਵੇ। ਦੋਵੇਂ ਇਕੱਠੀਆਂ ਨੇ ਫਾਰਮ ਭਰੇ ਸਨ। ਪ੍ਰੀਤੀ ਤਾਂ JET ਕਲੀਅਰ ਕਰ ਗਈ ਸੀ, ਰੱਜੀ ਕੁਆਲੀਫਾਈ ਕਰਨ ਰਹਿ ਗਈ। ਉਸ ਲਈ ਪਤਾ ਕੀਤਾ। 1-2 ਕਾਲਜਾਂ 'ਚ ਪੇਡ ਸੀਟ 1.25 ਲੱਖ ਰੁਪਏ ਸਾਲਾਨਾ ਫੀਸ ਦੇ ਹਿਸਾਬ 'ਚ ਮਿਲਦੀ ਸੀ। ਸ਼ਾਇਦ ਇਹੀ ਮੇਰੀ ਗਲਤੀ ਸੀ ਕਿ ਮੈਂ ਦੌੜ ਭੱਜ ਕਰਕੇ ਇਹ ਜਾਣਕਾਰੀ ਇਕੱਠੀ ਕਰਕੇ ਰੱਜੀ ਹਾਥੀ ਭੈਣ ਨੂੰ ਕਹਿ ਭੇਜੀ ਸੀ। ਦੂਜੇ ਦਿਨ ਹੀ ਚਿੰਤੀ ਭੈਣ ਆ ਗਈ ਉਸ ਨੂੰ ਲੈ ਕੇ। ਕਿਉਂ ਵੇ, ਪ੍ਰੀਤੀ ਤੇਰੀ ਬਹੁਤੀ ਧੀ ਹੈ, ਇਹ ਘੱਟ ਆ ਜੋ ਇਸ ਨੂੰ ਤੂੰ ਮੰਜਪੁਰ ਵੱਲ ਤੋਰ ਦਿੱਤਾ? ਮਾਮੇ ਨੇ ਇਸ ਰਾਹ ਤੋਰਿਆ ਸੀ, ਹੁਣ ਮਾਮਾ ਹੀ ਪੈਸੇ ਲਾਵੇ। ਉਸਨੇ ਬੜੇ ਮਾਣ ਭਰੇ ਨਾਲ ਹਮੇ ਨਾਲ ਕਿਹਾ ਸੀ। ਭੈਣ ਜੀ, ਇਹ ਇੱਥੇ ਸਾਡੇ ਕੋਲ ਰਹੀ, ਰੋਟੀ ਕੱਪੜਿਆਂ ਦੀ ਤੋਟ ਨਹੀਂ ਆਉਣ ਦਿੰਦੇ, ਪਰ ਇਹ 1.25 ਲੱਖ ਕੱਢਣਾ ਮੇਰੇ ਲਈ ਔਖਾ ਹੈ। ਮੈਂ ਉਹਦੇ ਹਮੇ ਦਾ ਮਾਣ ਰੱਖਣ ਲਈ ਕਹਿ ਦਿੱਤਾ ਸੀ। ਉਂਝ ਅੰਦਰੋਂ ਅੰਦਰ ਘਬਰਾ ਰਿਹਾ ਸੀ ਕਿ ਹੁਣ ਦੀਆਂ ਹਾਲਾਤਾਂ ਵਿੱਚ ਇੰਨਾ ਖਰਚਾ ਮੈਂ ਚੁੱਕ ਵੀ ਸਕਾਂਗਾ। ਫਿਰ ਪਿੰਕੀ ਦੀ ਕੀ ਪ੍ਰਤੀਕਿਰਿਆ ਹੋਵੇਗੀ? ਇਹਦਾ ਮੇਰੇ ਪਿਛੋਕੜ ਨਾਲ ਵੀ ਬਹੁਤ ਕੁਝ ਜੁੜਿਆ ਹੋਇਆ। +2 'ਚ ਪੜ੍ਹਦਾ ਸੀ ਜਦੋਂ ਚਿੰਤੀ ਭੈਣ ਦਾ ਵਿਆਹ ਹੋਇਆ। ਉਹ ਤੋਂ ਵੱਡੀ ਕਰਮੀ ਦਾ ਵਿਆਹ ਤਾਂ ਮੈਂ 3-4 'ਚ ਪੜ੍ਹਦਾ ਸੀ ਜਦੋਂ ਹੋ ਗਿਆ ਸੀ। ਉਸ ਵੇਲੇ ਦੀ ਤਾਂ ਮੈਨੂੰ ਬਹੁਤੀ ਸੁਰਤ ਨਹੀਂ, ਪਰ ਉਂਝ ਸਰੀਕੇ ਕਬੀਲੇ ਰਿਸ਼ਤੇਦਾਰੀਆਂ 'ਚ ਮੰਨਿਆ ਜਾਂਦਾ ਹੈ ਕਿ ਸਰਦਾਰ ਰੇਸ਼ਮ ਸਿੰਘ ਯਾਨੀ ਕਿ ਮੇਰੇ ਬਾਪੂ ਨੇ ਉਸ ਵੇਲੇ ਵੀ ਚੰਗਾ ਸਰਦਾ ਪੁੱਜਦਾ ਵਿਆਹ ਕੀਤਾ ਸੀ। ਚਿੰਤੀ ਦੇ ਵਿਆਹ ਵੇਲੇ ਤਾਂ ਸਭ ਮੇਰੇ ਸਾਹਮਣੇ ਹੀ ਹੋਇਆ। ਕਿੱਥੋਂ ਵਿਆਜੂ ਪੈਸੇ ਫੜੇ, ਕਿਸ ਕੋਲ ਰੋਈਆਂ ਵਾਲੇ 2 ਕਿੱਲੇ ਗਹਿਣੇ ਰੱਖ ਕੇ ਪੈਸੇ ਲਏ। ਚਿੰਤੀ ਦੇ ਸਹੁਰੇ ਜ਼ਮੀਨ ਵੱਲੋਂ ਕੁਝ ਸੌਖੇ ਸਨ। 8.5 ਕਿੱਲਿਆਂ ਦੇ ਮੁਕਾਬਲੇ ਉਹ 18-20 ਕਿੱਲਿਆਂ ਦੇ ਮਾਲਕ ਸਨ। ਕੁਝ ਸ਼ਰੀਕੇ ਕਬੀਲੇ 'ਚ ਆਪਣੀ ਲੱਤ ਉੱਪਰ ਰੱਖਣ ਤੇ ਕੁਝ ਚਿੰਤੀ ਦੇ ਸਹੁਰਿਆਂ ਦੀਆਂ ਇੱਛਾਵਾਂ ਪੂਰਦਿਆਂ ਘਰ ਦਾ ਕਬਾੜਾ ਹੋ ਗਿਆ ਸੀ। ਮੈਥੋਂ ਵੱਡਾ ਕੈਲਾ ਪਹਿਲਾਂ ਹੀ ਖੇਤੀ ਕਰ ਰਿਹਾ ਸੀ। ਮੈਂ ਇਸੇ ਤਰ੍ਹਾਂ +2 ਦੇ ਪੇਪਰਾਂ ਤੱਕ ਪਹੁੰਚਿਆ ਕਿ ਬਾਪ ਨੇ ਬਾਹਾਂ ਖੜੀਆਂ ਕਰਤੀਆਂ।
ਹੁਣ ਨਹੀਂ ਤਵੱਕੋ ਸਾਡੇ ਕੋਲ ਤੈਨੂੰ ਕਾਲਜ ਪੜ੍ਹਾਉਣ ਜੋਗੀ। ਜਾਂ ਤਾਂ ਚੁੱਪ ਕਰਕੇ ਖੇਤਾਂ 'ਚ ਡਟ ਜਾ, ਜ਼ਮੀਨ ਦੀ ਫਰਦ ਦੇ ਕੇ ਕਰਜ਼ੇ 'ਤੇ ਟਰੈਕਟਰ ਲੈ ਲੈਂਦੇ ਆ। ਤੁਸੀਂ ਦੋਵੇਂ ਭਰਾ ਡਟ ਕੇ ਕੰਮ ਕਰੋ। ਕਰਜ਼ਾ ਤਾਂ 4 ਸਾਲਾਂ ਤੱਕ ਉਹ ਜਾਣਾ, ਜਾਂ ਫਿਰ ਕਿਸੇ ਕੰਮ 'ਤੇ ਲੱਗ ਜਾ। +2 ਕਰਕੇ ਮੈਨੂੰ ਕਿਹੜੀ ਨੌਕਰੀ ਮਿਲਣੀ ਸੀ? ਬਾਪੂ ਕਹਿੰਦਾ ਪਿੰਡੋਂ ਬਥੇਰੇ ਮੁੰਡੇ ਟਰੱਕ ਚਲਾਉਂਦੇ ਨੇ, ਕਿਸੇ ਨਾਲ ਚੜ੍ਹ ਜਾ 6 ਮਹੀਨੇ 'ਚ ਸਿੱਖ ਕੇ ਡਰਾਈਵਰ ਬਣ ਜਾਏਗਾ। ਬਾਹਰ ਵੀ ਡਰਾਈਵਰਾਂ ਦੀ ਬਥੇਰੀ ਮੰਗ ਹੈ। 1,00,000 2 ਲੱਖ ਲਾ ਕੇ ਦੁਬਈ ਭੇਜ ਦੇਵਾਂਗੇ, ਤੇ ਜੇ ਕਿਤੇ ਮਕੈਨਿਕੀ ਸਿੱਖ ਲੈ। ਬੜਾ ਤੰਗ ਹੋਇਆ ਮੈਂ ਉਹਨਾਂ ਦਿਨਾਂ 'ਚ। ਭਵਿੱਖ ਦੀਆਂ ਸਾਰੀਆਂ ਯੋਜਨਾਵਾਂ ਤਿੜਕ ਗਈਆਂ ਸੀ। ਦੋਸਤਾਂ ਨਾਲ ਕਾਲਜ ਪੜ੍ਹਨ, ਮਸਤੀਆਂ ਕਰਨ ਦੀਆਂ ਪਤਾ ਨਹੀਂ ਕਿਹੜੀਆਂ ਬੁਣਤਾਂ ਮੈਂ ਬੁਣਦਾ ਰਿਹਾ ਸੀ। ਹੁਣ ਵੀ ਯਾਦ ਹੈ ਜਿਸ ਦਿਨ ਬਲਵੰਤ ਕਾਲਜ 'ਚ ਦਾਖਲ ਹੋਣ ਗਿਆ ਸੀ। ਉਸ ਦਿਨ ਮੈਂ ਕਿੰਜ ਸਾਰਾ ਦਿਨ ਉਦਾਸਿਆ ਉਧਰਿਆ ਰਿਹਾ ਸੀ। ਕੁਝ ਵੀ ਨਹੀਂ ਸੀ ਦਿਸਦਾ ਸਾਹਮਣੇ ਭਵਿੱਖ 'ਚ। ਲੱਗਦਾ ਸੀ ਜਿਵੇਂ ਸਭ ਕੁਝ ਤਬਾਹ ਹੋ ਗਿਆ ਹੋਵੇ। ਬਲਵੰਤ ਦਾਖਲ ਹੋਣ ਜਾਣ ਤੋਂ ਪਹਿਲਾਂ ਸ਼ਾਮ ਘਰ ਆਇਆ, ਦੂਜੇ ਦਿਨ ਦਾ ਪ੍ਰੋਗਰਾਮ ਬਣਾਉਣ ਵਾਸਤੇ। ਉਸ ਨਾਲ ਹੀ ਤਾਂ ਸਾਰੀਆਂ ਯੋਜਨਾਵਾਂ ਬਣਾਉਂਦਾ ਰਿਹਾ ਮੈਂ। ਉਸ ਨੂੰ ਮੈਂ ਬਹਾਨਾ ਮਾਰ ਕੇ ਟਾਲਿਆ ਸੀ, ਨਹੀਂ ਅਜੇ ਕਿਸੇ ਪ੍ਰੋਫੈਸ਼ਨਲ ਕੋਰਸ 'ਚ ਦਾਖਲਾ ਲੈਣ ਦੀ ਸਲਾਹ ਹੈ, ਉੱਧਰ ਟਰਾਈ ਕਰ ਰਿਹਾ। ਜੇ ਕੰਮ ਨਾ ਬਣਿਆ ਤਾਂ ਫਿਰ ਵੇਖਾਂਗਾ। 2 ਦਿਨ ਤਾਂ ਮੈਂ ਘਰੋਂ ਬਾਹਰ ਹੀ ਨਹੀਂ ਸੀ ਨਿਕਲਿਆ। ਫਿਰ ਪਿੰਡ ਟਰੱਕ ਲੈ ਕੇ ਆਏ ਦੇਬੀ ਨਾਲ ਟਰੱਕ 'ਤੇ ਚੜ੍ਹ ਗਿਆ। ਦੇਬੀ ਦਾ ਮੇਰੇ ਵੱਡੇ ਭਰਾ ਕੈਲੇ ਨਾਲ ਬਹੁਤ ਚੰਗਾ ਉੱਠਣ ਬੈਠਣ ਸੀ। ਉਹਨੇ 6 ਕੁ ਮਹੀਨਿਆਂ 'ਚ ਮੇਰੇ ਹੱਥ ਸਿੱਧੇ ਕਰਤੇ। 2-4 ਮਹੀਨੇ ਹੋਰ ਉਸ ਨਾਲ ਚਲਾਇਆ ਤੇ ਫਿਰ ਉਸ ਨੇ ਹੀ ਇੱਕ ਟਰੱਕ 'ਤੇ ਚੜ੍ਹਾ ਦਿੱਤਾ, ਪੂਰੇ ਡਰਾਈਵਰ ਵਜੋਂ। ਡਰਾਈਵਰ ਤਾਂ ਮੈਂ ਬਣ ਗਿਆ ਸੀ, ਪਰ ਇਹ ਕੀਤਾ ਮੈਨੂੰ ਭਾਉਂਦਾ ਨਹੀਂ ਸੀ। ਦੂਜੇ ਪਾਸੇ ਡਰਾਈਵਰਾਂ ਨੂੰ ਵੀ ਮੈਨੂੰ ਆਪਣੇ ਭਾਈਚਾਰੇ 'ਚ ਓਪਰਾ ਸਮਝਦੇ। ਸ਼ਾਇਦ ਇਸ ਦਾ ਕਾਰਨ ਸੀ ਕਿ ਮੈਂ ਜਦੋਂ ਵਿਹਲਾ ਹੁੰਦਾ ਉਹਨਾਂ ਨਾਲ ਯੱਖੜ ਮਾਰਨ ਦੀ ਥਾਂ ਅਖਬਾਰ ਲੈ ਕੇ ਬਹਿ ਜਾਂਦਾ ਜਾਂ ਕੋਈ ਨਾਵਲ ਫੜ ਲੈਂਦਾ। ਮੈਨੂੰ ਸਭ ਤੋਂ ਔਖੀ ਇਹ ਗੱਲ ਲੱਗਦੀ ਕਿ ਕੰਮ ਦਾ ਕੋਈ ਸਮਾਂ ਨਹੀਂ ਸੀ। ਨਹੀਂ ਫੇਰਾ ਲੱਗਿਆ ਤਾਂ 2 ਦਿਨ ਝਾਕੀ ਜਾਓ ਤੇ ਪਤਾ ਨਹੀਂ ਕਦੋਂ ਅੱਧੀ ਰਾਤ ਹੀ ਟਰੱਕ ਲੈ ਕੇ ਤੁਰਨਾ ਪਵੇ। ਇਹੀ ਕਾਰਨ ਸੀ ਕਿ ਜਦੋਂ ਪੇਪਰ ਮਿਲ ਵਿੱਚ ਜੀਪ ਦੀ ਡਰਾਈਵਰੀ ਲਈ ਮੈਨੂੰ ਕਿਸੇ ਨੇ ਦੱਸਿਆ ਤਾਂ ਮੈਂ ਜਾਣ ਲਈ ਤਿਆਰ ਹੋ ਗਿਆ ਸੀ। ਭਾਵੇਂ ਸਾਰਿਆਂ ਨੇ ਟੋਕਿਆ ਸੀ, ਕੀ ਕਰੇਂਗਾ ਉੱਥੇ ਜਾ ਕੇ? 2,500 ਰੁਪਏ ਤੈਨੂੰ ਤਨਖਾਹ ਦਿਸਦੀ ਆ ਉੱਥੇ ਨਾ, ਪਰ ਉੱਪਰੋਂ ਇੱਕ ਨਵਾਂ ਪੈਸਾ ਨਹੀਂ ਬਣਨਾ। ਫਿਰ ਨਾ ਇੱਥੇ ਵਰਗੀ ਆਜ਼ਾਦੀ ਤੇ ਐਸ਼। ਜਦੋਂ ਇਹ ਆਜ਼ਾਦੀ ਤੇ ਐਸ਼ ਦੀ ਗੱਲ ਕਰਦੇ ਮੈਨੂੰ ਸਮਝ ਨਾ ਆਉਂਦੀ ਕਿ ਇੱਥੇ ਕਿਹੜੀ ਆਜ਼ਾਦੀ ਤੇ ਕਿਹੜੀ ਐਸ਼ ਆ। ਇੱਥੋਂ ਤੱਕ ਕਿ ਦੇਬੀ ਨੇ ਵੀ ਮੈਨੂੰ ਬਹੁਤ ਰੋਕਿਆ ਸੀ, ਛੱਡ ਪਰੇ ਉੱਥੇ ਜਾਣਾ। ਇੱਥੇ ਕੰਮ ਔਖਾ ਤਾਂ ਜ਼ਰੂਰ ਆ, ਪਰ 4 ਪੈਸੇ ਬਣਦੇ ਆ। ਉੱਥੇ ਤਾਂ ਤਨਖਾਹ ਹੀ ਤਨਖਾਹ ਹੈ ਬਸ। ਜਦੋਂ ਉਸ ਵਿੱਚੋਂ ਰੋਟੀ ਖਾਣੀ ਪਈ ਤਾਂ ਬਚਣਾ ਨਵਾਂ ਪੈਸਾ ਨਹੀਂ ਇੱਕ। ਪਰ ਸਾਰੀਆਂ ਸਮਝਾਉਣੀਆਂ ਦੇ ਬਾਵਜੂਦ ਮੈਂ ਪੇਪਰ ਮਿਲ ਵਿੱਚ ਚਲਾ ਗਿਆ। ਕੰਮ ਸੀ ਮੇਰਾ GM ਦੀ ਦਫ਼ਤਰੀ ਕਾਰ ਦੀ ਡਰਾਈਵਰੀ। ਸਵੇਰੇ 8 ਵਜੇ ਡਿਊਟੀ 'ਤੇ ਹਾਜ਼ਰ ਹੁੰਦਾ ਸੀ। GM ਨੂੰ ਉਹਦੇ ਘਰੋਂ ਦਫ਼ਤਰ ਲੈ ਕੇ ਆਉਣਾ, ਕਈ ਵਾਰ ਸ਼ਹਿਰ ਵੀ ਇੱਧਰ ਉੱਧਰ ਜਾਣਾ ਹੁੰਦਾ, ਕਈ ਵਾਰ ਬਾਹਰ ਦੂਸਰੇ ਸ਼ਹਿਰਾਂ ਵਿੱਚ ਵੀ। ਸ਼ਾਮ ਨੂੰ 7-8 ਵਜੇ ਉਸ ਨੂੰ ਉਹਦੇ ਘਰ ਛੱਡਣ ਤੋਂ ਬਾਅਦ ਮੈਂ ਵਿਹਲਾ ਹੋ ਜਾਂਦਾ ਸੀ। ਕਈ ਵਾਰ ਰਾਤ ਬਰਾਤੇ ਜਾਣਾ ਵੀ ਪੈਂਦਾ, ਪਰ ਉਹ ਵੀ ਬੜਾ ਬੰਦਾ ਚੰਗਾ ਸੀ। ਓਵਰ ਟਾਈਮ ਤੋਂ ਬਿਨਾਂ ਵੀ ਕੁਝ ਨਾ ਕੁਝ ਦੇ ਹੀ ਰੱਖਦਾ। ਵਿਹਲੇ ਸਮੇਂ 'ਚ ਮੈਨੂੰ ਅਖਬਾਰਾਂ ਕਿਤਾਬਾਂ ਪੜ੍ਹਦਿਆਂ ਵੇਖ ਕੇ ਉਹਨੇ ਮੈਨੂੰ ਕਿਹਾ ਸੀ, ਕੰਪਿਊਟਰ ਸਿੱਖ ਲੈ, ਤੈਨੂੰ ਕਿਧਰੇ ਨਾ ਕਿਧਰੇ ਕਿਸੇ ਚੰਗੇ ਕੰਮ 'ਚ ਫਸਾ ਦੂੰਗਾ। ਸੱਚਮੁੱਚ ਜਦੋਂ ਉਹ ਇੱਥੋਂ ਛੱਡ ਕੇ ਗਿਆ ਤਾਂ ਮੈਨੂੰ ਇੱਥੇ ਕਲਰਕ ਬਣਾ ਗਿਆ ਸੀ, ਉਹ ਵੀ ਪੱਕਿਆਂ 'ਚ। 3,000 ਤੋਂ ਸਿੱਧੀ 4,500 ਹੋ ਗਈ ਸੀ ਤਨਖਾਹ ਮੇਰੀ। ਤਨਖਾਹ 'ਚੋਂ ਤਾਂ ਜਿਹੜਾ ਵੀ ਕੰਮ ਦਾ ਸਲੀਕਾ ਬਦਲਿਆ ਸੀ ਤੇ ਮਾਹੌਲ, ਉਹ ਮੈਨੂੰ ਜ਼ਿਆਦਾ ਚੰਗਾ ਲੱਗਿਆ। ਸਵੇਰੇ 9 ਵਜੇ ਤਿਆਰ ਹੋ ਕੇ ਜਾਓ, 5 ਵਜੇ ਛੁੱਟੀ। ਨਿਸ਼ਚਿਤ ਡਿਊਟੀ 'ਤੇ ਫਿਰ ਆਸੇ-ਪਾਸੇ ਵੀ ਆਪਣੇ ਜਿਹੇ ਲੋਕ, ਪੈਨ ਕਾਗਜ਼ਾਂ ਨਾਲ ਵਾਹ। ਇੱਥੇ ਹੀ ਮੈਨੂੰ ਪਿੰਕੀ ਮਿਲੀ ਸੀ। ਉਹ ਪ੍ਰੋਡਕਸ਼ਨ ਵਿਭਾਗ 'ਚ ਕਲੈਰੀਕਲ ਪੋਸਟ ਉੱਤੇ ਸੀ। ਜਾਣਦੇ ਤਾਂ ਅਸੀਂ ਪਹਿਲਾਂ ਵੀ ਸੀ ਇੱਕ ਦੂਜੇ ਨੂੰ, ਜਦੋਂ ਔਰੀ ਸਾਹਿਬ ਨਾਲ ਡਰਾਈਵਰੀ ਕਰਦਾ ਸੀ, ਪਰ ਉਦੋਂ ਉਸ ਨੇ ਜਾਣ ਪਹਿਚਾਣ ਵਧਾਉਣ ਵੱਲ ਪੈਰ ਨਹੀਂ ਸੀ ਪੁੱਟੇ। ਜਦੋਂ ਕਲਰਕ ਬਣਿਆ ਤਾਂ ਗੱਲਾਂ ਵਧਣ ਲੱਗੀਆਂ ਸੀ। ਉਹ ਸੋਹਣੀ ਤਾਂ ਮੈਨੂੰ ਪਹਿਲਾਂ ਵੀ ਲੱਗਦੀ ਸੀ, ਪਰ ਹੁਣ ਮੇਰੇ ਸੁਪਨਿਆਂ 'ਚ ਵਸਣ ਲੱਗੀ ਸੀ। ਘਰਦਿਆਂ ਨੇ ਵਿਆਹ ਦੀ ਗੱਲ ਤੋਰੀ। ਭਰਜਾਈ ਹੀ ਆਪਣੀ ਮਸੇਰੀ ਭੈਣ ਦਾ ਰਿਸ਼ਤਾ ਲਿਆ ਰਹੀ ਸੀ। ਪਹਿਲਾਂ ਤਾਂ ਮੈਂ ਟਾਲਦਾ ਰਿਹਾ, ਪਰ ਜਦੋਂ ਆਪਣੀ ਪਸੰਦ ਦੀ ਥਾਂ ਕਰਨ ਨੂੰ ਕਿਹਾ, ਉਹ ਵਿਟਰ ਗਏ।
ਫਿਰ ਘਰ 'ਚੋਂ ਕੋਈ ਵੀ ਹਿੱਸਾ ਨਾ ਪਾਲੀ। ਬਾਪ ਨੇ ਬੜਾ ਸਖਤ ਫੈਸਲਾ ਸੁਣਾ ਦਿੱਤਾ ਸੀ ਮੈਨੂੰ। ਬੜਾ ਔਖਾ ਸੀ ਉਸ ਵੇਲੇ ਮੇਰੇ ਲਈ ਕੋਈ ਫੈਸਲਾ ਲੈਣਾ। ਇੱਕ ਪਾਸੇ ਪਿੰਕੀ ਤੇ ਦੂਜੇ ਪਾਸੇ ਘਰ ਦੇ। ਫਿਰ ਸ਼ਹਿਰ 'ਚ ਰਹਿਣ ਲਈ ਕੋਈ ਪੱਕਾ ਟਿਕਾਣਾ ਵੀ ਨਾ ਹੋਣਾ। ਜਦੋਂ ਪਿੱਛੇ ਜਾਇਦਾਦ ਦਿਸਦੀ ਤਾਂ ਸ਼ਹਿਰ 'ਚ ਆਪਣੇ ਘਰ ਦਾ ਹੋਣਾ ਜਾਂ ਨਾ ਹੋਣਾ ਬਹੁਤਾ ਨਹੀਂ ਸੀ ਮਹਿਸੂਸ ਹੁੰਦਾ। ਪਰ ਘਰਦਿਆਂ ਤੋਂ ਟੁੱਟ ਕੇ ਜਾਇਦਾਦ ਦੇ ਅਹਿਸਾਸ ਤੋਂ ਬਿਨਾਂ ਆਪਣੇ ਆਪ ਨੂੰ ਕਲਪਦਾ ਬੇਹੱਦ ਵਿਚਾਰਾ ਜਿਹਾ ਹੋ ਜਾਂਦਾ ਸੀ ਮੈਂ। ਹਿੰਮਤ ਹਾਰ ਜਾਂਦੀ। ਇਸ ਮੌਕੇ ਪਿੰਕੀ ਦੀ ਹਿੰਮਤ ਕੰਮ ਆਈ ਸੀ। ਦੋਵੇਂ ਕਮਾਉਂਦੇ ਆ, ਰੋਟੀ ਤੋਂ ਤਾਂ ਗਏ ਗੁਜ਼ਰੇ ਨਹੀਂ। ਮਾੜਾ ਚੰਗਾ ਘਰ ਵੀ ਬਣਾ ਹੀ ਲਵਾਂਗੇ। ਵੱਡੀ ਗੱਲ ਹੈ ਰੂਪ ਦਾ ਰੱਜ ਸਾਡੇ ਕੋਲ ਹੈਗਾ। ਵਿਆਹ ਕਰਦਿਆਂ ਬਸ ਰਸਮ ਨਿਭਾਉਣ ਵਾਂਗ ਹੀ ਲੰਘਾਇਆ ਸੀ। ਖਰਚ ਪੱਖੋਂ ਵੀ ਹੱਥ ਘੁੱਟੀ ਰੱਖਿਆ। ਪ੍ਰੀਤੀ ਦੇ ਜਨਮ ਵੇਲੇ ਵੀ ਉਹਨਾਂ ਨੇ ਨਹੀਂ ਸੀ ਪੁੱਛਿਆ ਬਈ ਤੁਹਾਨੂੰ ਪੈਸੇ ਧੇਲੇ ਦੀ ਲੋੜ ਤਾਂ ਨਹੀਂ। ਹਾਲਾਂਕਿ ਪੈਦਾਇਸ਼ ਵੱਡੇ ਆਪਰੇਸ਼ਨ ਨਾਲ ਹੋਈ ਸੀ। ਔਖਾ ਸੌਖਾ ਸਾਰਦੇ ਰਹੇ ਅਸੀਂ। ਘਰਦਿਆਂ ਨੂੰ ਮੇਰੀ ਆਪਣੀ ਪਸੰਦ ਅਨੁਸਾਰ ਵਿਆਹ ਕਰਨ ਦੀ ਗੱਲ ਪਚ ਨਹੀਂ ਸੀ ਰਹੀ। ਸ਼ਾਇਦ ਮੇਰੇ ਇੰਜ ਕਰਨ ਨਾਲ ਉਹਨਾਂ ਨੂੰ ਇਲਾਕੇ 'ਚ ਆਪਣੀ ਧਿਰ ਕਮਜ਼ੋਰ ਹੋ ਗਈ ਲੱਗਦੀ ਸੀ। ਉਹਨਾਂ ਲਈ ਵਿਆਹ ਦਾ ਅਰਥ ਸੀ ਕਿ ਇਲਾਕੇ 'ਚ ਹੋਰ ਪਰਿਵਾਰ ਦਾ ਆਪਣੀ ਧਿਰ 'ਚ ਸ਼ਾਮਿਲ ਹੋਣਾ। ਵਿਆਹ ਮੁੰਡੇ ਕੁੜੀ ਦੀ ਚੋਣ ਨਹੀਂ, ਪਰਿਵਾਰਾਂ ਦੀ ਚੋਣ ਬਣਦੀ ਹੈ। ਰਿਸ਼ਤੇਦਾਰੀਆਂ ਨਾਤੇ ਜੁੜ ਕੇ ਇੱਕ ਧਿਰ ਵਜੋਂ ਵਿਚਰਦੇ ਨੇ ਤੇ ਉਸ ਧਿਰ ਅਨੁਸਾਰ ਹੀ ਤੈਅ ਹੁੰਦੀ ਹੈ ਕਿ ਉਸ ਦੀ ਇਲਾਕੇ ਵਿੱਚ ਭਾਈਚਾਰੇ 'ਚ ਕੀ ਹੈਸੀਅਤ ਆ। ਮੈਂ ਇਹਨੂੰ ਉਲਝਿਆ ਸੀ। ਜੋ ਸਜ਼ਾ ਤਾਂ ਮੈਨੂੰ ਮਿਲਣੀ ਹੀ ਸੀ। ਘਰਦਿਆਂ ਦੇ ਮਨੋ ਮਨੀ ਬਣੀਆਂ ਗੁੰਝਲਾਂ ਬਾਪ ਦੇ ਹਰਨੀਆਂ ਦੇ ਆਪਰੇਸ਼ਨ ਵੇਲੇ ਕੁਝ ਖੁੱਲੀਆਂ। ਜਦੋਂ ਇੱਥੇ ਆ ਕੇ ਉਹ 15 ਕੁ ਦਿਨ ਸਾਡੇ ਕੋਲ ਰਿਹਾ ਸੀ। ਪਿੰਕੀ ਨੇ ਸੇਵਾ ਦਿਲ ਲਾ ਕੇ ਕੀਤੀ ਸੀ। ਉਦੋਂ ਉਸਨੇ ਕੁਝ ਸਾਡੀਆਂ ਸਮੱਸਿਆਵਾਂ ਵੀ ਸ਼ਾਇਦ ਸਮਝੀਆਂ ਹੋਣ। ਕਿਰਾਏ ਦੇ ਘਰ 'ਚ ਰਹਿਣ ਦੀਆਂ ਕਿ ਉਸਨੇ ਆਪ ਹੀ ਕਿਹਾ ਸੀ, ਰਤਾ ਹੱਥ ਸੌਖਾ ਹੁੰਦਾ ਤਾਂ ਤੁਹਾਨੂੰ ਪਲਾਟ ਖਰੀਦ ਕੇ ਦਿੰਦੇ ਆ। ਇੱਥੇ ਕਿਰਾਏ ਦੇ ਘਰਾਂ 'ਚ ਰਹਿਣ ਦਾ ਕੋਈ ਹੱਥ ਜੋੜ ਨਹੀਂ ਹੁੰਦਾ। ਪਰ ਵਾਅਦਿਆਂ ਦੇ ਬਾਵਜੂਦ ਉਹਨਾਂ ਦੀ ਮਦਦ ਫਸਲ ਦੇ ਮੌਕੇ 'ਤੇ ਕਣਕ ਜਾਂ ਚੌਲਾਂ ਦੀਆਂ ਬੋਰੀਆਂ ਭੇਜਣ ਤੱਕ ਤੋਂ ਅੱਗੇ ਨਹੀਂ ਸੀ ਵਧੀ। ਉਲਟਾ ਆਇਆਂ ਗਿਆਂ ਦਾ ਖਰਚਾ ਵੱਧ ਗਿਆ ਸੀ। ਇਹਦੇ ਨਾਲੋਂ ਤਾਂ ਨਾ ਮਿਲਦੇ ਤਾਂ ਹੀ ਚੰਗੇ ਸੀ। ਆ ਕੇ 15-15 ਦਿਨ ਹਿੱਲਦੇ ਹੀ ਨਹੀਂ। ਉੱਤੋਂ 2 ਬੋਰੀਆਂ ਕਣਕ ਦੀਆਂ ਭੇਜ ਕੇ ਅਹਿਸਾਨ ਕਰਦੇ ਨੇ। ਪਿੰਕੀ ਕਦੇ-ਕਦੇ ਤਾਂ ਖਿਝ ਕੇ ਉੱਠਦੀ। ਮਾਂ ਬਾਪ ਦੀ ਤਾਂ ਖੈਰ ਹੋਰ ਗੱਲ ਸੀ। ਕਦੇ ਭਰਾ ਦੇ ਬੱਚੇ ਆਏ ਰਹਿੰਦੇ, ਕਦੇ ਭੈਣਾਂ ਦੇ। ਉਹਨਾਂ ਨੂੰ ਮਾਨਸਰ ਤੇ ਜਲੰਧਰ 'ਚ ਕੋਈ ਫਰਕ ਨਹੀਂ ਸੀ ਦਿਸਦਾ। ਪਿੰਡ ਤਾਂ ਹਰ ਚੀਜ਼ ਘਰ ਦੀ ਸੀ। ਬਾਹਰ ਖੇਤਾਂ 'ਚ ਘੁੰਮਣ ਫਿਰਨ, ਪਰ ਇੱਥੇ ਤਾਂ ਖਾਣ ਪੀਣ ਤੋਂ ਲੈ ਕੇ ਘੁੰਮਣ ਫਿਰਨ ਤੱਕ ਹਰ ਥਾਂ ਪੈਸਿਆਂ ਦੀ ਜ਼ਰੂਰਤ ਸੀ। ਫਿਰ ਵਿਹਲ ਕਿੱਥੇ ਸੀ। ਡਿਊਟੀ ਤੋਂ ਛੁੱਟੀ ਲੈ ਕੇ ਉਹਨਾਂ ਨੂੰ ਘੁਮਾਓ, ਸਿਨੇਮਾ ਦਿਖਾਓ। ਕਦੇ ਭੈਣਾਂ ਭਣੋਈਆਂ ਆਉਂਦੇ ਤਾਂ ਸ਼ਰਾਬ ਮੁਰਗੇ ਨਾਲ ਕੱਪੜਿਆਂ ਦਾ ਦੇਣ ਲੈਣ ਵੀ ਕਰਨਾ ਪੈਂਦਾ। ਚਿੰਤੀ ਤੇ ਉਹਦਾ ਪ੍ਰਾਹੁਣਾ ਪਰਮਜੀਤ ਉਂਝ ਵੀ ਜ਼ਿਆਦਾ ਹੀ ਰੂਹ ਛਾਂ ਰੱਖਦੇ ਸੀ। ਉਹਦੇ ਪਹਿਲੀ ਵਾਰ ਪਰਿਵਾਰ ਸਮੇਤ ਆਉਣ 'ਤੇ ਪਿੰਕੀ ਉਸ ਨੂੰ ਮਾਣ ਵਜੋਂ ਨਾਲ ਲੈ ਗਈ ਕਿ ਜੇ ਕੁਝ ਦੇਣਾ ਹੀ ਹੈ ਤਾਂ ਮਨਪਸੰਦ ਦੇ ਰੰਗ ਦਾ ਲੈ ਲਵੇਗੀ। ਗਰਮੀਆਂ ਦੇ ਦਿਨ ਸੀ। ਉਸ ਨੇ ਇੰਜ ਮਹਿੰਗੇ ਕੱਪੜੇ ਆਪਣੇ ਲਈ, ਪਰਮਜੀਤ ਲਈ ਤੇ ਆਪਣੇ ਬੱਚਿਆਂ ਲਈ ਪੜਵਾ ਲਏ ਕਿ 4,500 ਦਾ ਬਿੱਲ ਬਣ ਗਿਆ। ਇਹ ਤਾਂ ਦੁਕਾਨਦਾਰ ਜਾਣਦਾ ਸੀ ਕਿ ਉਸ ਨੇ 1-2 ਦਿਨਾਂ 'ਚ ਪੈਸੇ ਪਹੁੰਚਾ ਦੇਣ ਦਾ ਕਹਿ ਕੇ ਉੱਠ ਸਕੀ ਸੀ ਦੁਕਾਨ ਤੋਂ। ਘਰੋਂ ਤਾਂ ਉਹ ਸਿਰਫ 2,000 ਰੁਪਏ ਲੈ ਕੇ ਗਈ ਸੀ। ਤੇਰੀ ਭੈਣ ਨੂੰ ਇਹ ਨਹੀਂ ਦਿਸਦਾ ਕਿ ਛੋਟੀ ਭਰਜਾਈ ਲਈ ਵੀ ਕੁਝ ਲੈ ਕੇ ਜਾਈਦਾ। ਲੈਣ ਦਾ ਬਹੁਤ ਪਤਾ ਹੈ। ਪਿੰਕੀ ਰਾਤ ਨੂੰ ਪਿੱਤੀ ਭਰੀ ਮੇਰੇ ਤੇ ਵਰ ਪਈ ਸੀ। ਮਸਾਂ ਸ਼ਾਂਤ ਕਰ ਸਕਿਆ ਸੀ ਉਸ ਨੂੰ। ਉਂਝ ਅੰਦਰੋਂ ਅੰਦਰੀ ਤੰਗ ਮੈਂ ਵੀ ਪੈ ਗਿਆ। 2-4 ਵਾਰ ਤਾਂ ਬਾਪ ਨੂੰ ਦਬਵੀਂ ਜ਼ੁਬਾਨ 'ਚ ਕਿਹਾ ਵੀ ਕਿ ਜੇ ਉਹ ਕੁਝ ਮਦਦ ਕਰ ਦੇਣ ਤਾਂ ਅਸੀਂ ਘਰ ਬਣਾਉਣ ਦਾ ਹਿੱਲਾ ਕਰੀਏ। ਪਰ ਗੱਲ ਦੇਖਦੇ ਹਾਂ ਕਹਿ ਕੇ ਆਈ ਗਈ ਹੋ ਜਾਂਦੀ। ਮਨ ਤੋਂ ਔਖੀ ਹੁੰਦਿਆਂ ਵੀ ਭਾਵੇਂ ਪਿੰਕੀ ਕਿੰਨਾ ਘਰਦਿਆਂ ਦਾ ਕਰਦੀ, ਫਿਰ ਵੀ ਉਸ ਨੂੰ ਉਹਨਾਂ ਦੇ ਆਪਣੇ 'ਚ ਹੋਣ ਦੀ ਪ੍ਰਵਾਨਗੀ ਨਹੀਂ ਸੀ ਮਿਲ ਰਹੀ। ਕਦੇ ਸੁਭਾਕੀ ਤੇ ਕਦੇ ਮਖੌਲ 'ਚ ਉਹਨਾਂ ਦੇ ਅੰਦਰ ਦੀਆਂ ਭਾਵਨਾਵਾਂ ਬਾਹਰ ਆ ਹੀ ਜਾਂਦੀਆਂ। ਸ਼ਹਿਰੀਏ ਤਾਂ ਮਤਲਬੀ ਹੁੰਦੇ ਆ। ਸ਼ਹਿਰੀਆਂ ਨੂੰ ਰਿਸ਼ਤਿਆਂ ਦਾ ਕੀ ਪਤਾ, ਕਿਵੇਂ ਮਿਲੀਦਾ ਵਰਗੀਆਂ ਗੱਲਾਂ ਕਦੇ ਨਾ ਕਦੇ ਹੋ ਹੀ ਜਾਂਦੀਆਂ ਸੀ। ਸਭ ਤੋਂ ਵੱਡਾ ਬਵਾਲ ਤਾਂ ਉਦੋਂ ਮਚਿਆ ਜਦੋਂ ਚਿੰਤੀ ਭੈਣ ਨੂੰ ਨਸਬੰਦੀ ਕਰਾਉਣ ਦੀ ਸਲਾਹ ਦੇ ਬੈਠੀ। ਸਲਾਹ ਤਾਂ ਉਸ ਨੇ ਆਪਣੀ ਸੁਹਿਰਦਤਾ 'ਚੋਂ ਦਿੱਤੀ ਸੀ। ਅਸਲ 'ਚ ਚਿੰਤੀ ਦੀਆਂ 3 ਕੁੜੀਆਂ ਪਹਿਲਾਂ ਹੀ ਸੀ। ਮੁੰਡੇ ਦੀ ਭਾਲ 'ਚ ਉਹ ਇੱਕ ਹੋਰ ਵਾਰ ਅਬਾਰਸ਼ਨ ਕਰਵਾ ਚੁੱਕੀ ਸੀ। ਇਸ ਵਾਰ ਪ੍ਰੈਗਨੈਂਟ ਹੋਣ 'ਤੇ ਇੱਥੇ ਆ ਗਈ ਸਕੈਨਿੰਗ ਕਰਵਾਉਣ ਲਈ। ਪਿੰਕੀ ਨਾਲ ਉਸ ਨੇ ਗੱਲ ਕੀਤੀ ਤਾਂ ਪਿੰਕੀ ਨੇ ਕਿਹਾ, ਛੱਡ ਪਰੇ ਦੀਦੀ,
ਅੱਜ ਕੱਲ੍ਹ ਮੁੰਡੇ ਕੁੜੀਆਂ 'ਚ ਕੀ ਫਰਕ ਆ? ਇੰਨੇ ਬੱਚੇ ਪਲਦੇ ਵੀ ਕਿੱਥੇ ਨੇ? ਚੁੱਪ-ਚਾਪ ਅਬੋਰਸ਼ਨ ਕਰਵਾ ਕੇ ਨਸਬੰਦੀ ਕਰਾ ਲਾ। ਉਸ ਨੇ ਉਸ ਵੇਲੇ ਉੱਪਰੋਂ ਤਾਂ ਕੁਝ ਨਾ ਕਿਹਾ, ਪਰ ਅੰਦਰ ਕੌੜ ਖਾ ਗਈ ਸੀ। ਇਸ ਨਾਲ ਹੋਰ ਕਈ ਗੱਲਾਂ ਜੋੜ ਕੇ ਬਾਤ ਦਾ ਬਤੰਗੜ ਬਣ ਗਿਆ। ਸਬੱਬ ਨਾਲ ਸਕੈਨਿਕ 'ਚ ਗਰਭ ਵਿੱਚ ਪਲ ਰਿਹਾ ਭਰੂਣ ਮੁੰਡਾ ਨਿਕਲਿਆ। ਚਿੰਤੀ ਨੇ ਇਸ ਗੱਲ ਨੂੰ ਇੰਜ ਪਰਚਾਇਆ ਮਸਾਂ ਸੁੱਖ ਸੁੱਖਦਿਆਂ ਕਿਤੇ ਫਲ ਲੱਗਿਆ ਸੀ। ਮੈਨੂੰ ਕਹਿੰਦੀ ਅਬੋਰਸ਼ਨ ਕਰਵਾ ਲਾ। ਮੇਰੇ ਨਿਆਣੇ ਜਿਵੇਂ ਇਹ ਪਾਲ ਰਹੀ ਆ। ਅਸੀਂ ਜਾਇਦਾਦਾਂ ਦੇ ਮਾਲਕ ਆਂ, ਇਹਨਾਂ ਵਾਂਗ ਨਹੀਂ ਕਿ ਟੁੱਟੀ ਬਹਿਣ ਜੋਗੀ ਥਾਂ ਵੀ ਨਹੀਂ ਆਪਣੀ। ਇਹ ਵਿਅੰਗ ਉਹਦਾ ਸ਼ਾਇਦ ਪਿੰਕੀ ਦੇ ਪੇਕਿਆਂ ਉੱਪਰ ਵੀ ਸੀ, ਜਿਹੜੇ ਕਿਰਾਏ ਦੇ ਉੱਤੇ ਰਹਿ ਰਹੀ ਸੀ, ਤੇ ਸ਼ਾਇਦ ਸਾਡੇ 'ਤੇ ਵੀ। ਉਂਝ ਚਿੰਤੀ ਉਹਨਾਂ ਦਿਨਾਂ 'ਚ ਜਦੋਂ ਮਾਨਸਰ ਆਈ ਹੁੰਦੀ ਤਾਂ ਉਸ ਵਿੱਚ ਸਭ ਪ੍ਰਤੀ ਇੱਕ ਹਿਰਾਕਤ ਜਿਹੀ ਭਾਵ ਹੁੰਦਾ। ਉਹਦੇ ਸਹੁਰਿਆਂ ਦਾ ਘਰ ਇਸ ਘਰ ਤੋਂ ਸਰਦਾ ਪੁੱਜਦਾ। 2 ਭਰਾ ਸੀ ਉਹਦੇ ਘਰ ਵਾਲੇ ਤੇ ਹੋਰ। ਛੋਟਾ ਦੁਬਈ 'ਚ ਤੇ ਇੱਕ ਉਸ ਨਾਲ ਖੇਤੀ ਕਰਦਾ। 4 ਟਰੈਕਟਰ ਵੀ ਸੀ। 20 ਕਿੱਲੇ ਜ਼ਮੀਨ ਦਾ ਪਿੰਡ ਦੇ ਨਾਲ ਲਗਵਾਂ ਟੱਕ। ਘਰ ਵਿੱਚ ਜੀਪ ਸੀ, ਮੋਟਰਸਾਈਕਲ ਵੀ 2। ਖੁੱਲ੍ਹੇ ਖਰਚ ਤੇ ਰੋਕੜੀ ਧਸ ਕੁਝ ਇਹੋ ਜਿਹੇ ਭਾਵ ਨਾਲ ਅਸੀਂ ਕੀ ਸਮਝਦੇ ਹਾਂ ਕਿਸੇ ਨੂੰ। ਸਾਨੂੰ ਛੋਟੀਆਂ-ਮੋਟੀਆਂ ਨੌਕਰੀਆਂ ਕੀ ਕਰਨ ਦੀ ਲੋੜ ਹੈ? ਸ਼ਾਇਦ ਇਸ ਮਾਹੌਲ ਦੇ ਪ੍ਰਭਾਵ ਕਾਰਨ ਵੱਡੇ ਤੇ ਬੱਚੇ ਪੜ੍ਹਨ 'ਚ ਰੁਚੀ ਨਹੀਂ ਸੀ ਬਣ ਸਕੇ। ਉਹਨਾਂ ਦੀ ਦੇਖਾ-ਰੇਖੀ ਚਿੰਤੀ ਭੈਣ ਦੇ ਬੱਚੇ ਵੀ ਪੜ੍ਹਨ 'ਚ ਕੋਈ ਬਹੁਤੀ ਰੁਚੀ ਨਾ ਲੈ ਸਕੇ। ਉਹਨਾਂ ਦੇ ਘਰ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਉਹਨਾਂ ਦਾ ਸਹੁਰਾ ਨਾ ਰਿਹਾ। ਉਹਦੀ ਮੌਤ ਤੋਂ 2 ਸਾਲ ਬਾਅਦ ਹੀ ਤਿੰਨੇ ਭਰਾ ਵੱਖਰੇ-ਵੱਖਰੇ ਹੋ ਗਏ। ਟਰੈਕਟਰ ਦਾ ਮੁੱਲ ਪਾ ਕੇ ਵੱਡੇ ਨੇ ਰੱਖ ਲਿਆ। ਚਿੰਤੀ ਹੋਰਾਂ ਦੇ ਹਿੱਸੇ ਆਈ ਉਹ 6.5 ਕਿੱਲੇ ਜ਼ਮੀਨ। ਵਧੇ ਹੋਏ ਸਾਰੇ ਜੀਆਂ ਦੇ ਖਰਚੇ, 4 ਬੱਚੇ, ਪੜ੍ਹਨ ਵਾਲੇ, ਫਿਰ ਫਸਲ ਬੀਜਣ 'ਚ ਕੋਈ ਨਵੀਂ ਕਦਮੀ ਨਾ ਹੋਣੀ। ਝੋਨਾ ਤੇ ਕਣਕ ਕਿੰਨੀ ਝੱਲ ਸਕਦੇ ਸੀ? ਉਹੀ ਚਿੰਤੀ ਜਿਹੜੀ ਪਹਿਲਾਂ ਆਪਣੇ ਸਹੁਰੇ ਘਰ ਦੀਆਂ ਸਿਫਤਾਂ ਕਰਦਿਆਂ ਤਿਉਹਾਰਾਂ ਸ਼ਗਨਾਂ ਵੇਲੇ ਧੌਂਸ ਨਾਲ ਲੋੜੋਂ ਵੱਧ ਖਰਚ ਕਰਵਾ ਜਾਂਦੀ ਸੀ, ਹੁਣ ਵੇਲੇ ਕੁ ਵੇਲੇ ਆਪਣੇ ਸ਼ਰੀਕੇ ਨੂੰ ਗਾਲਾਂ ਕੱਢਦਿਆਂ ਸਹਾਇਤਾ ਲਈ ਆਰਜ਼ੀ ਭਰੀ ਹੁੰਦੀ ਆ। ਰਾਜੂ 8ਵੀਂ 'ਚੋਂ ਫੇਲ ਹੋ ਗਿਆ। ਉਹ ਤਾਂ ਬੜਾ ਕਲਪੀ। ਮੈਂ ਵੀ ਉਦੋਂ ਪਿੰਡ ਗਿਆ ਹੋਇਆ ਸੀ। ਤੂੰ ਇਹਨੂੰ ਜਲੰਧਰ ਲੈ ਕੇ ਜਾ, ਉੱਥੇ ਕਿਸੇ ਚੰਗੇ ਸਕੂਲ 'ਚ ਦਾਖਲ ਕਰਵਾ ਦੇ। ਦਿਮਾਗ ਤਾਂ ਇਹਦਾ ਤੇਜ਼ ਆ, ਪਰ ਪਿੰਡ 'ਚ ਉਂਝ ਹੀ ਲੰਡਰ ਢਾਣੀ 'ਚ ਰਲਿਆ ਹੋਇਆ। ਪੜ੍ਹਨ ਵੱਲ ਦਿਲ ਨਹੀਂ ਲਾਉਂਦਾ। ਉੱਥੇ ਤਾਂ ਲੈ ਜਾਵਾਂ, ਪਰ ਪਹਿਲੀ ਗੱਲ ਫੇਲ ਨੂੰ ਕਿਸੇ ਚੰਗੇ ਸਕੂਲ 'ਚ ਦਾਖਲਾ ਨਹੀਂ ਮਿਲਣਾ। ਦੂਜਾ, ਸਾਰਿਆਂ ਦਿਨਾਂ ਵਿੱਚ ਕੋਈ ਘਰ ਤਾਂ ਹੁੰਦਾ ਨਹੀਂ। ਮੈਂ ਤੇ ਪਿੰਕੀ ਤਾਂ ਸਵੇਰ ਦੇ ਗਏ ਸ਼ਾਮ ਨੂੰ 6 ਵਜੇ ਮੁੜਦੇ ਹਾਂ। ਪ੍ਰੀਤੀ 2:30-3 ਵਜੇ ਆਉਂਦੀ ਆ ਸਕੂਲ ਤੋਂ, ਪਰ ਘਰ ਆਉਂਦਿਆਂ ਹੀ ਰੋਟੀ ਖਾ ਕੇ ਟਿਊਸ਼ਨ ਚਲੀ ਜਾਂਦੀ ਆ। ਉੱਥੇ ਤਾਂ ਸਗੋਂ ਹੋਰ ਵਿਗੜ ਜਾਣ ਦੀ ਸੰਭਾਵਨਾ ਏ, ਜਿੱਥੇ ਕੋਈ ਚੈੱਕ ਹੀ ਨਹੀਂ ਹੋਣਾ। ਉੱਪਰ ਇਸ ਨੂੰ ਉੱਥੇ ਮਾਨਸਰ ਛੱਡ ਕੇ ਵੇਖ ਲਓ। ਭੈਣ ਕਹਿੰਦੀ ਤੂੰ ਤਾਂ ਖਰਚੇ ਤੋਂ ਡਰਦਾ ਮਾਰਾ ਬਹਾਨੇ ਘੜ ਰਿਹਾ। ਇਸ 'ਚ ਬਹਾਨੇ ਵਾਲੀ ਕਿਹੜੀ ਗੱਲ ਆ ਭੈਣੇ? ਜੇ ਕਿਸੇ ਭੈਣ ਭਾਈ ਦਾ ਕੰਮ ਸਾਰਨਾ ਹੋਵੇ ਤਾਂ 100 ਰਾਹ ਹੁੰਦੇ ਨੇ। ਪਿੰਕੀ ਛੁੱਟੀ ਲੈ ਹੀ ਸਕਦੀ ਆ। 2-4 ਮਹੀਨੇ ਸਾਡੇ ਪਿੰਡ ਦੀਆਂ ਮਾਸਟਰਨੀਆਂ ਨੇ, ਘਰ ਖੇਤ ਸਾਰੇ ਕੰਮ ਖਿੱਚੀ ਫਿਰਦੀਆਂ। ਭੈਣੇ ਵੇਖ, ਪਿੰਕੀ ਮਾਸਟਰਨੀ ਨਹੀਂ, ਪ੍ਰਾਈਵੇਟ ਨੌਕਰੀ ਕਰਦੀ ਆ। ਉੱਥੇ ਤਾਂ 10 ਮਿੰਟ ਪਹਿਲਾਂ ਉੱਠੋ ਤਾਂ ਅਗਲੇ ਨੋਟ ਕਰਦੇ ਨੇ, ਤੇ ਛੁੱਟੀ ਲੈ ਕੇ ਰੋਟੀ ਕਿੱਥੋਂ ਖਾਵਾਂਗੇ? ਕਿੱਥੋਂ ਭਰਾਂਗੇ ਅਸੀਂ ਬੈਂਕਾਂ ਦੀਆਂ ਕਿਸ਼ਤਾਂ? ਮਾਂ ਚਲੀ ਜਾਂਦੀ ਐ ਕੁਝ ਚਿਰ ਤੁਹਾਡੇ ਕੋਲ, ਆਪੇ ਧਿਆਨ ਰੱਖ ਲਿਆ ਕਰੂ, ਨਾਲੇ ਤੁਹਾਨੂੰ ਵੀ ਰੋਟੀ ਪਾਣੀ ਦਾ ਸੁੱਖ ਹੋ ਜੂ। ਕੋਈ ਨਾ, ਤੁਸੀਂ ਵੇਖ ਲਿਓ ਜਿਵੇਂ ਸਲਾਹ ਬਣਦੀ ਹੈ। ਮੈਂ ਗੱਲ ਇੱਕ ਤਰ੍ਹਾਂ ਨਾਲ ਟਾਲ ਦਿੱਤੀ ਸੀ। ਜਦੋਂ ਇਹ ਆ ਕੇ ਪਿੰਕੀ ਨੂੰ ਦੱਸਿਆ ਤਾਂ ਉਹਨੂੰ ਬੜਾ ਵੱਟ ਚੜ੍ਹਿਆ। ਸਾਰਿਆਂ ਨੂੰ ਇਹ ਤਾਂ ਦਿਸਦਾ ਕਿ ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ ਜਾਂ ਸਾਨੂੰ ਰਿਸ਼ਤਿਆਂ 'ਚ ਕੀ ਕਰਨਾ ਚਾਹੀਦਾ, ਪਰ ਸਾਡੇ ਲਈ ਕਿਸੇ ਨੂੰ ਕੁਝ ਕਰਨਾ ਚਾਹੀਦਾ ਇਹ ਨਹੀਂ ਸੁੱਝਦਾ ਕਿਸੇ ਨੂੰ। ਉਹ ਘਰ ਬਣਾਉਣ ਵੇਲੇ ਤੋਂ ਔਖੀ ਸੀ। ਸਿਰਫ 1 ਲੱਖ ਰੁਪਇਆ ਮਿਲਿਆ ਸੀ ਘਰਦਿਆਂ ਤੋਂ। 2 ਲੱਖ 'ਚੋਂ ਭਾਵੇਂ ਸਫੈਦੇ ਵੇਚੇ ਇਸ ਨਾਮ 'ਤੇ ਸੀ ਕਿ ਸਾਨੂੰ ਘਰ ਬਣਾਉਣ ਵਾਸਤੇ ਪੈਸੇ ਦੇਣੇ ਨੇ। ਉਹਨਾਂ 'ਚੋਂ 50,000 ਤਾਂ ਕਰਮੀ ਦੀ ਕੁੜੀ ਦੇ ਨਾਨਕ ਚੱਕ 'ਤੇ ਲਾ ਦਿੱਤੇ। 50,000 ਟਰੈਕਟਰ ਦੀਆਂ ਟੁੱਟੀਆਂ ਕਿਸ਼ਤਾਂ 'ਤੇ ਲੇਖੇ ਲੱਗ ਗਿਆ। 1 ਲੱਖ ਉਹ ਕੁਝ ਪਿੰਕੀ ਦੇ ਘਰਦਿਆਂ ਨੇ ਦੇ ਦਿੱਤਾ। ਅਸੀਂ ਦੋਸਤਾਂ ਤੋਂ ਫੜੇ ਬੈਂਕਾਂ ਤੋਂ ਕਰਜ਼ੇ ਲੈ ਕੇ ਸ਼ਹਿਰੋਂ ਬਾਰ-ਬਾਰ 4 ਕੁ ਮਰਲਿਆਂ ਦਾ ਪਲਾਟ ਖਰੀਦ ਕੇ ਘਰ ਬਣਾਇਆ ਸੀ, ਜਿਹਦੀਆਂ ਕਿਸ਼ਤਾਂ ਹਜੇ ਤੱਕ ਲਾ ਰਹੇ ਹਾਂ। ਉਂਝ ਕਦੇ-ਕਦੇ ਲੱਗਦਾ ਹੈ ਕਿ ਜੇ ਘਰਦਿਆਂ ਦੀ
ਉਹ 1 ਲੱਖ ਵਾਲੀ ਹੱਲਾਸ਼ੇਰੀ ਨਾ ਹੁੰਦੀ ਸ਼ਾਇਦ ਘਰ ਅਜੇ ਤੱਕ ਨਾ ਬਣਦਾ, ਪਰ ਇਸ ਲਈ ਕਿੰਨੀ ਔਖੀ ਸਥਿਤੀ 'ਚੋਂ ਲੰਘਣਾ ਪਿਆ, ਜਿਵੇਂ ਵਾਰ-ਵਾਰ ਕਹਿਣ 'ਤੇ ਵੀ ਸਿਵਾਏ ਲਾਰਿਆਂ ਦੇ ਹੋਰ ਕੁਝ ਨਹੀਂ ਸੀ ਮਿਲਿਆ ਘਰ ਤੋਂ। ਉਸ ਨੇ ਪਿੰਕੀ ਦੇ ਮਨ ਵਿੱਚ ਕੌੜ ਹੋਰ ਵੀ ਤਿੱਖੀ ਕਰ ਦਿੱਤੀ ਸੀ। ਹਰ ਕੋਈ ਆ ਜਾਂਦਾ ਹੈ, ਕਿਵੇਂ ਸਰਾਂ ਹੋਵੇ, ਪਰ ਕੋਈ ਨਹੀਂ ਪੁੱਛਦਾ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਹੋ। ਉਂਝ ਚੁੱਭਦਾ ਤਾਂ ਬਹੁਤ ਵਾਰ ਮੈਨੂੰ ਵੀ ਸੀ ਘਰਦਿਆਂ ਦਾ ਰਵੱਈਆ। ਘਰੋਂ 3 ਕੱਪੜਿਆਂ 'ਚ ਖੇਸੀ ਲੈ ਕੇ ਟਰੱਕ 'ਤੇ ਚੜ੍ਹ ਕੇ ਆਇਆ ਸੀ ਮੈਂ। ਉਹ ਤੋਂ ਬਾਅਦ ਕਦੇ ਕੁਝ ਨਹੀਂ ਲਿਆ, ਦਿੱਤਾ ਹੀ ਦਿੱਤਾ ਏ। ਵਿਆਹ ਤੱਕ ਤਾਂ ਤਨਖਾਹ 'ਚੋਂ ਜੋ ਬਚਦਾ ਸੀ ਮੈਂ ਘਰ ਹੀ ਦਿੰਦਾ ਰਿਹਾ। ਫਿਰ ਵਿਆਹ ਹੋਇਆ ਤਾਂ ਘਰਦਿਆਂ ਨੇ ਰੋਸੇ ਸ਼ਿਕਵਿਆਂ 'ਚ ਨਵਾਂ ਪੈਸਾ ਨਹੀਂ ਸੀ ਲਾਇਆ। ਇੱਥੋਂ ਤੱਕ ਕਿ ਜਿਹੜੀਆਂ 2 ਕਾਰਾਂ ਵਿਆਹ 'ਚ ਗਏ ਸੀ ਉਹਨਾਂ ਦਾ ਕਿਰਾਇਆ ਵੀ ਮੈਂ ਆਪਣੇ ਪੱਲਿਓਂ ਦਿੱਤਾ ਸੀ। ਪਿੰਕੀ ਨੂੰ ਕੋਈ ਟੂਮ ਵਗੈਰਾ ਤਾਂ ਕੀ ਪਾਉਣੀ ਸੀ। ਜਦੋਂ ਵੱਡੇ ਦੇ ਭਰਾ ਦੇ ਵਿਆਹ 'ਚ ਸਹਾਨਾ ਖਰਚ ਹੋਏ ਸੀ, ਇਹ ਗੱਲ ਠੀਕ ਹੈ ਕਿ ਉਹਨਾਂ ਦੀ ਕੈਲੇ ਦੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਕਿੰਨਾ ਸੋਨਾ ਪਾਇਆ, ਪਰ ਦਾਜ ਦਹੇਜ ਦੇ ਗਹਿਣੇ ਤਾਂ ਕੈਲੇ ਹੋਰਾਂ ਦੀ ਹੀ ਮਾਲਕੀ ਆ। ਜਿਹੜਾ ਸਹਾਨਾ ਖਰਚ ਹੋਇਆ ਉਹਦਾ ਬੋਝ ਤਾਂ ਘਰ ਦੇ ਸਾਰੇ ਜੀਆਂ 'ਤੇ ਪਿਆ ਸੀ। ਮੰਨਿਆ ਉਹ ਘਰ 'ਚ ਕੰਮ ਕਰਦਾ ਹੈ, ਪਰ 8 ਕਿੱਲਿਆਂ 'ਚ ਮੇਰਾ ਵੀ ਤਾਂ ਕੁਝ ਹਿੱਸਾ ਬਣਦਾ ਹੀ ਆ। ਹੋਰ ਨਾ ਸਹੀ ਕਿਸੇ ਔਖੀ ਭਾਰੀ ਵੇਲੇ ਉਹ ਵੀ ਮਦਦ ਨਹੀਂ ਕਰਦੇ। ਪ੍ਰੀਤੀ ਨੂੰ ਪੜ੍ਹਾਉਣ ਲਈ ਕਿੰਜ ਕਿਰਸ ਕੀਤੀ ਸੀ, ਇਹ ਸਿਰਫ ਸਾਨੂੰ ਹੀ ਪਤਾ। 8ਵੀਂ 'ਚ ਹੋਈ ਸੀ ਉਦੋਂ, ਜਦੋਂ ਦਾ ਹਰ ਪੈਸਾ ਜਿੱਥੋਂ ਬਚ ਸਕਦਾ ਸੀ ਬਚਾ ਕੇ ਰੱਖਿਆ। ਉਹਦੀ ਅੱਗੇ ਪੜ੍ਹਾਈ ਲਈ ਕੀ ਲੋੜ ਪਵੇਗੀ। 3000 ਮਕਾਨ ਦੀ ਕਿਸ਼ਤ ਨਿਕਲ ਜਾਂਦੀ, ਬਾਕੀ 'ਚੋਂ ਸਾਰਾ ਕੁਝ ਤੋਰਨਾ ਸੌਖਾ ਨਹੀਂ ਹੁੰਦਾ। ਸਿਰਫ ਭੁੱਖੇ ਨਹੀਂ ਰਹੇ, ਪਰ ਆਪਣੀਆਂ ਤਾਂ ਬਹੁਤ ਸਾਰੀਆਂ ਰੀਝਾਂ ਮਾਰੀਆਂ ਸਨ, ਸਿਰਫ ਇਸ ਖਾਤਰ ਕਿ ਪ੍ਰੀਤੀ ਪੜ੍ਹ ਲਿਖ ਕੇ ਕਿਸੇ ਚੰਗੀ ਥਾਂ 'ਤੇ ਪਹੁੰਚ ਜੇ, ਉਹਦਾ ਕੈਰੀਅਰ ਬਣ ਜੇ। ਪਰ ਇਸ ਸਭ ਕੁਝ ਨੂੰ ਸਮਝਣ ਦੀ ਥਾਂ ਉਲਟਾ ਪਤਾ ਨਹੀਂ ਕੀ ਗੱਲਾਂ ਬਣਦੀਆਂ ਹਨ। ਤੂੰ ਕਿਸੇ ਭੈਣ ਭਾਈ ਦੇ ਹੱਥਾਂ 'ਤੇ ਧਰੇ ਵੀ ਨੇ 10 ਰੁਪਏ, ਕਿਤੇ ਵਿਆਹ ਹੋਏ ਸ਼ਗਨ ਵਿਹਾਰ ਅਸੀਂ ਕਰੀਏ, ਨਾਨਕ ਛੱਕੀ ਜਾਣਾ ਹੋਵੇ ਅਸੀਂ ਜਾਈਏ, ਤੇ ਤੂੰ ਤੇ ਤੇਰੀ ਘਰ ਵਾਲੀ ਮਹਾਰਾਜਾ ਵਾਂਗ ਬਣ ਫੱਬ ਕੇ ਆ ਜਾਂਦੇ ਹੋ, ਬਣ ਠਣ ਕੇ ਗੋਪਾਲ ਕਰਦੇ ਹੋਏ ਖਾਲੀ ਹੱਥ। ਇਹ ਸਾਰਾ ਕੁਝ ਜੋ ਜੋੜੀ ਜਾ ਰਹੇ ਹਾਂ ਨਾ, ਸਾਂਭਣਾ ਤਾਂ ਬਗਾਨੇ ਪੁੱਤ ਨਹੀਂ ਆ। ਪਤਾ ਨਹੀਂ ਕਿੱਥੋਂ ਸਾਡੇ ਪੱਲੇ ਪੈ ਗਈ ਸੁੱਖੀ ਕੁੱਖ ਵਾਲੀ। ਕੱਲੀ ਕੁੜੀ ਹੋਣ ਦਾ ਮਿਹਣਾ ਹੁਣ ਨਹੀਂ, ਉਹ ਤਾਂ ਪਹਿਲਾਂ ਵੀ ਕਿੰਨੀ ਵਾਰ ਮਾਰ ਚੁੱਕੇ ਨੇ, ਪਰ ਇਹ ਸਾਡਾ ਬੜਾ ਸੋਚਿਆ ਸਮਝਿਆ ਵਿਚਾਰਿਆ ਹੋਇਆ ਫੈਸਲਾ ਸੀ ਕਿ ਬੱਚਾ ਇੱਕੋ ਹੀ ਰੱਖਣਾ। ਜਿਹੋ ਜਿਹੇ ਹਾਲਾਤਾਂ 'ਚੋਂ ਲੰਘ ਕੇ ਆਏ ਹਾਂ, ਹੁਣ ਵੀ ਲੰਘ ਰਹੇ ਹਾਂ, ਉਹਨਾਂ 'ਚ ਦੂਜਾ ਬੱਚਾ ਕਿਵੇਂ ਪਾਲਿਆ ਜਾਂ ਪੜ੍ਹਾਇਆ ਜਾ ਸਕਦਾ ਸੀ। ਪ੍ਰੀਤੀ ਜਦੋਂ ਛੋਟੀ ਸੀ ਤਾਂ ਕਿੰਨੇ ਔਖੇ ਰਹੇ ਸੀ। ਪਿੰਕੀ ਨੂੰ ਡਿਲੀਵਰੀ ਦੀ ਛੁੱਟੀ ਤਾਂ 3 ਮਹੀਨਿਆਂ ਦੀ ਮਿਲੀ, ਪਰ ਬਾਅਦ ਵਿੱਚ ਉਸ ਨੇ ਸਵੇਰੇ ਉਹਦੀ ਮੰਮੀ ਵੱਲ ਛੱਡ ਕੇ ਜਾਂਦੇ, ਆਉਂਦਿਆਂ ਉਹਨੂੰ ਉੱਥੋਂ ਘਰ ਲੈ ਕੇ ਪੁੱਜਣਾ। 3 ਸਾਲ ਜ਼ਿੰਦਗੀ ਇਸੇ ਰੂਟੀਨ 'ਚੋਂ ਲੰਘੀ ਸੀ। ਜਦੋਂ ਨਰਸਰੀ ਵਿੱਚ ਦਾਖਲ ਕਰਵਾਇਆ ਤਾਂ ਸਕੂਲ ਦੇ ਨਾਲ ਕ੍ਰੈਚ ਸੀ, ਜਿੱਥੇ ਮਹੀਨੇ ਦੇ 400 ਰੁਪਏ ਹੋਰ ਦਿੰਦੇ ਸੀ ਉਹਦੀ ਸਾਂਭ ਸੰਭਾਲ ਦੇ। ਉੱਥੋਂ ਸ਼ਾਮੀ ਲੈਣਾ 5ਵੀਂ ਤੱਕ ਉਹ ਕ੍ਰੈਚ ਵਿੱਚ ਰਹਿੰਦੀ ਰਹੀ। ਛੁੱਟੀ ਤੋਂ ਬਾਅਦ 6ਵੀਂ ਤੋਂ ਘਰ ਆਉਣ ਲੱਗੀ ਸੀ। ਉਹ ਵੀ ਗੁਆਂਢੀ ਚੰਗੇ ਸਨ ਤਾਂ ਕਰਕੇ ਉਹਨਾਂ ਦੇ ਬੱਚਿਆਂ ਨਾਲ ਹਿਲੀ ਮਿਲੀ ਰਹਿੰਦੀ। ਫਿਰ ਤਾਂ ਖੈਰ ਸਿਆਣੀ ਵੀ ਹੋ ਗਈ ਸੀ, ਨਾਲੇ ਪੜ੍ਹਾਈ ਦੀਆਂ ਟਿਊਸ਼ਨਾਂ ਤੋਂ ਵੀ ਵਿਹਲ ਨਹੀਂ ਸੀ ਮਿਲਦੀ। ਘਰ ਦੀਆਂ ਸਮੱਸਿਆਵਾਂ ਨੂੰ ਮੁੱਢ ਤੋਂ ਹੀ ਸਮਝਦੀ ਆ ਸਾਡੀ ਧੀ। ਇਹਨੂੰ ਵੀ ਕਿ ਕਿੰਜ ਹਰ ਥਾਂ ਕਿਰਸ ਕਰਕੇ ਉਹਦੀ ਪੜ੍ਹਾਈ ਲਈ ਪੈਸੇ ਬਚਾ ਰਹੇ ਹਾਂ। ਕਲਾਸ 'ਚੋਂ ਅਕਸਰ ਫਸਟ ਆਉਂਦੀ ਰਹੀ ਆ। ਇਸ ਗੱਲ ਨੂੰ ਤਾਂ ਘਰ ਦੇ ਵੀ ਮੰਨਦੇ ਨੇ, ਭਾਵੇਂ ਵਲ ਵਿੰਗ ਪਾ ਕੇ ਹੀ ਸਹੀ। ਪੜ੍ਹਨ ਨੂੰ ਤਾਂ ਤੇਜ਼ ਹੈ ਸ਼ਹਿਰਨ ਦੀ ਕੁੜੀ, ਪਰ ਉਸ ਨੂੰ ਸਾਡੇ ਨਾਲ ਹਿਲਣ ਮਿਲਣ ਨਹੀਂ ਦਿੰਦੀ। ਆਪਣੇ ਵਰਗੀ ਬਣਾ ਲਈ ਚੁੱਪ ਗੜੁੱਪ ਜਿਹੀ। ਘਰ ਵਿੱਚ ਰਿੱਝ ਰਹੀ ਖਿਚੜੀ ਦਾ ਮੈਨੂੰ ਪਤਾ ਨਹੀਂ ਸੀ ਲੱਗਣਾ ਜੇ ਮੈਂ ਕੁਝ ਪੈਸੇ ਮੰਗਣ ਨਾ ਜਾਂਦਾ। 3 ਸਾਲਾਂ ਦਾ ਕੋਰਸ ਸੀ। ਹਰ ਸਾਲ ਕਾਲਜ ਵਾਲਿਆਂ ਨੇ 80,000 ਰੁਪਏ ਲੈਣੇ ਸੀ। ਸਾਰੀ ਜਮ੍ਹਾਂ ਪੂੰਜੀ ਤਾਂ ਪਹਿਲੇ ਸਾਲ ਦੀ ਫੀਸ ਉੱਪਰ ਹੀ ਲੱਗ ਗਈ ਸੀ। ਚਲੋ ਰੂਟੀਨ ਖਰਚੇ ਕਿਸੇ ਨਾ ਕਿਸੇ ਤਰ੍ਹਾਂ ਪੂਰੇ ਹੁੰਦੇ ਰਹਿਣਗੇ, ਪਰ ਹਰ ਸਾਲ ਜਮ੍ਹਾਂ ਕਰਵਾਈ ਜਾਣ ਵਾਲੀ ਇਹ ਵੱਡੀ ਰਕਮ ਕਈ ਪਾਸੇ ਨਜ਼ਰ ਦੌੜਾਈ, ਪਰ ਕਿਤੋਂ ਕੋਈ ਆਸ ਨਹੀਂ ਸੀ ਬੱਝਦੀ। ਲੈ ਦੇ ਕੇ 2 ਰਸਤੇ ਬਚਦੇ ਸੀ, ਜਾਂ ਤਾਂ ਹੋਰ ਕਰਜ਼ਾ ਲੈ ਲਈਏ, ਫਿਰ ਪਹਿਲਾਂ ਹੀ ਮਕਾਨ ਦੀ ਦਿੱਤੀ ਜਾਣ ਵਾਲੀ ਕਿਸ਼ਤ, ਪ੍ਰੀਤੀ ਦੇ ਵਧੇ ਹੋਏ ਖਰਚੇ, ਤਨਖਾਹ 'ਚੋਂ ਇਹ ਸਭ ਕੁਝ ਪੂਰਾ ਨਹੀਂ ਹੋ ਸਕਣਾ, ਤੇ ਜਾਂ ਘਰ ਦੇ ਕੁਝ ਮਦਦ ਕਰ ਦੇਣ। ਇਸੇ ਲਈ ਪਿੰਡ ਗਿਆ ਸੀ।
ਗਏ ਨੂੰ ਕੋਈ ਨਿੱਘ ਨਾਲ ਨਾ ਬੁਲਾਵੇ। ਪਰ ਮੈਂ ਗੌਲਿਆ ਹੀ ਨਾ। ਰਾਤ ਨੂੰ ਬਾਪੂ ਨਾਲ ਗੱਲ ਤੋਰੀ, ਪ੍ਰੀਤੀ ਨੂੰ B.Pharm 'ਚ ਦਾਖਲਾ ਤਾਂ ਮਿਲ ਗਿਆ। ਇਹ ਤਾਂ ਤੁਹਾਨੂੰ ਪਤਾ ਹੀ ਹੈ। ਇਸ ਸਾਲ ਦੀਆਂ ਫੀਸਾਂ ਤਾਂ ਅਸੀਂ ਕਿਸੇ ਤਰ੍ਹਾਂ ਜਮ੍ਹਾਂ ਕਰਾਤੀਆਂ। 2 ਸਾਲ ਹੋਰ ਨੇ। ਹੁਣ ਉਹਦਾ ਬੇੜਾ ਪਾਰ ਤਦ ਹੀ ਲੱਗਣਾ ਜੇ ਤੁਸੀਂ ਕੁਝ ਮਦਦ ਕਰੋਗੇ। ਕਾਹਦੀ ਮਦਦ ਕਰੀਏ? ਬਾਪ ਦਾ ਜਵਾਬ ਬੜਾ ਰੁੱਖਾ ਸੀ। 2 ਲੱਖ ਹੋਰ ਚਾਹੀਦੇ ਨੇ 2 ਸਾਲਾਂ 'ਚ। ਇੱਥੇ ਪੈਸੇ ਰੁੱਖਾਂ ਨੂੰ ਲੱਗਦੇ ਆ ਬਈ ਤੈਨੂੰ ਪੱਤੇ ਤੋੜ ਤੋੜ ਤੈਨੂੰ ਦੇਈ ਜਾਈਏ। ਤੁਹਾਡਾ ਦੋਹਾਂ ਦਾ ਕਮਾਉਂਦਿਆਂ ਗੁਜ਼ਾਰਾ ਔਖਾ ਚੱਲਦਾ ਤਾਂ ਇੱਥੇ ਅਸੀਂ ਕਬੀਲਦਾਰੀ ਵੀ ਨਿਭਾਉਂਦੇ ਹਾਂ। ਜਾਂ ਇੰਜ ਕਰੋ, ਮੇਰੇ ਹਿੱਸੇ ਦਾ ਕੁਝ ਵੇਚ ਦਿਓ। ਕਿਹੜਾ ਹਿੱਸਾ ਓਏ ਤੇਰਾ? ਜਿੰਨਾ ਚਿਰ ਮੈਂ ਜਿਉਂਦਾ। ਤੂੰ ਸਾਡੀ ਵਰਿਆਂ ਦੀ ਕੀਤੀ ਕਰਾਈ ਨੂੰ 2 ਬੋਲਾਂ ਨਾਲ ਰੋੜਤਾ। ਕੁੜਮਚਾਰੀ 'ਚ ਕੀ ਰਹਿਣ ਦਿੱਤੀ ਸਾਡੀ? ਸਭ ਰਿਸ਼ਤੇਦਾਰੀ 'ਚ ਹੋਏ ਹੋਏ ਪਈ ਐ। ਤੂੰ ਭਾਲਦਾ ਹਿੱਸਾ, ਮੈਂ ਤਾਂ ਤੈਨੂੰ ਬੇਦਖਲ ਕਰ ਦੇਣਾ। ਇਹ ਤੋਂ ਬਾਅਦ ਕਿਚ-ਕਿਚ ਐਸੀ ਸ਼ੁਰੂ ਹੋਈ ਕਿ ਅੱਧੀ ਰਾਤ ਤੱਕ ਕੋਈ ਹੱਲ ਨਹੀਂ ਨਿਕਲਿਆ। ਮਜਾਲ ਆ ਕਿ ਕੈਲੇ ਵੀਰੇ ਨੇ ਕੋਈ ਬੋਲ ਕੱਢਿਆ ਹੋਵੇ ਜੋ ਕੋਲ ਬੈਠਿਆ ਸੀ। ਸ਼ਾਇਦ ਉਹਦੀ ਤਾਂ ਪਿੱਛੇ ਵੀ ਚੁੱਕ ਹੋਵੇ। ਉਹਨੂੰ ਤਾਂ ਸਾਰੀ ਪੂਰੀ ਜ਼ਮੀਨ ਮਿਲ ਰਹੀ ਸੀ। ਮਾਂ ਨੇ 1-2 ਵਾਰ ਜ਼ਰੂਰ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬਾਪ ਨੇ ਉਹਨੂੰ ਵੀ ਝਾੜ ਕੇ ਬਿਠਾ ਦਿੱਤਾ। ਨਿਰਾਸ਼ ਹੋਏ ਮੁੰਡੇ ਨੂੰ ਪਿੰਕੀ ਨਹੀਂ ਸਾਂਭਿਆ। ਨਿੰਦਰ, ਇੰਨਾ ਉਦਾਸ ਕਿਉਂ ਹੁੰਨਾ? ਨਾ ਕੁਝ ਵੀ ਹੋਇਆ ਤਾਂ ਘਰ ਵੇਚ ਦੇਵਾਂਗੇ। 10-12 ਲੱਖ ਦਾ ਤਾਂ ਵਿਕ ਹੀ ਜਾਣਾ। ਪ੍ਰੀਤੀ ਪੜ੍ਹ ਗਈ ਤਾਂ ਘਰ ਤਾਂ ਫਿਰ ਵੀ ਬਣ ਜੂਗਾ। ਪਹਿਲਾਂ ਵੀ ਇੰਨੇ ਵਰੇ ਕਿਰਾਏ 'ਤੇ ਰਹਿੰਦੇ ਹੀ ਰਹੇ ਹਾਂ। ਹੋਰ 4 ਸਾਲ ਰਹਿ ਲਵਾਂਗੇ। ਉਹਦੇ ਬੋਲਾਂ ਨੇ ਮੈਨੂੰ ਢਾਰਸ ਤਾਂ ਦਿੱਤੀ, ਪਰ ਹੋਇਆ ਬੀਤਿਆ ਘਟਨਾਕ੍ਰਮ ਫਿਰ ਵੀ ਮੈਨੂੰ ਧੁਰ ਅੰਦਰ ਤੱਕ ਉਦਾਸ ਕਰੀ ਜਾ ਰਿਹਾ ਸੀ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੀ। ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ। ਕਿ ਕਿਸੇ ਪਿਓ ਨੂੰ ਆਪਣੀ ਔਲਾਦ ਨਾਲ ਇਹੋ ਜਿਹਾ ਕਰਨਾ ਚਾਹੀਦਾ ਹੈ? ਤੁਹਾਡਾ ਕੀ ਵਿਚਾਰ ਆ? ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜੀ, ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।